मैं गुरप्रीत ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ 12ਵੀਂ ਸ਼੍ਰੇਣੀ ਲਾਜ਼ਮੀ ਪੰਜਾਬੀ ਦੀ ਜਮਾਤ ਵਿੱਚ। ਲਾਜ਼ਮੀ ਪੰਜਾਬੀ ਤੇ ਬੜਾ ਥੋੜਾ ਜਿਹਾ ਪਾਠਕ੍ਰਮ ਪਰ ਬੜਾ ਹੀ ਰੌਚਕ ਪਾਠਕ੍ਰਮ। ਪਿਆਰੇ ਵਿਦਿਆਰਥੀਓ, ਆਪ ਜੀ ਸਾਹਿਤ ਦਾ ਨਿਬੰਧ ਰੂਪ ਪੜ੍ਹਦੇ ਹੋ ਤੇ ਤੁਹਾਡੇ ਪਾਠਕ੍ਰਮ ਦੇ ਵਿੱਚ ਸਾਰੇ ਨਿਬੰਧ ਸੱਭਿਆਚਾਰ ਨਾਲ ਸੰਬੰਧਿਤ ਨੇ। ਇਸ ਤੋਂ ਬਾਅਦ ਕਵਿਤਾਵਾਂ ਦਾ ਭਾਗ ਹੈ ਤੇ ਫਿਰ ਸਾਹਿਤ ਦਾ ਰੂਪ ਕਹਾਣੀ। ਤੇ ਮੇਰਾ ਇੱਕ ਨਿੱਜੀ ਅਨੁਭਵ ਹੈ ਜੋ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਮੇਰੀ ਜਮਾਤ ਦੇ ਵਿਦਿਆਰਥੀ ਜਿਸ ਦਿਨ ਕਹਾਣੀ ਪੜ੍ਹਨੀ ਹੋਵੇ ਨਾ, ਉਸ ਦਿਨ ਉਹ ਜ਼ਿਆਦਾ ਜੋਸ਼ ਤੇ ਉਤਸ਼ਾਹ ਵਿੱਚ ਹੁੰਦੇ ਨੇ ਆਮ ਦਿਨਾਂ ਨਾਲੋਂ। ਜਮਾਤ ਦੇ ਕਮਰੇ ਵਿੱਚ ਵੜਨ ਸਾਰ ਸਭ ਦੇ ਮੂੰਹ ਦੇ ਸ਼ਬਦ ਹੁੰਦੇ ਨੇ ਕਿ ਅੱਜ ਆਪਾਂ ਕਹਾਣੀ ਪੜ੍ਹਨੀ ਆ ਜੀ। ਕਿਉਂ ਵੀ ਤੁਸੀਂ ਵੀ ਇਦਾਂ ਹੀ ਕਹਿੰਦੇ ਹੋ ਨਾ? ਬਿਲਕੁਲ। ਤੇ ਪਿਆਰੇ ਵਿਦਿਆਰਥੀਓ, ਪਤਾ ਹੀ ਨਹੀਂ ਲੱਗਦਾ ਕਿ ਕਦ ਘੰਟੀ ਦਾ ਸਮਾਂ ਹੋ ਜਾਂਦਾ ਹੈ। ਤੇ ਅੱਜ ਦੀ ਜਮਾਤ ਵੀ ਉਹਨਾਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਤੇ ਆਧਾਰਿਤ ਹੈ। ਤੇ ਸ਼ੁਰੂ ਕਰਦੇ ਹਾਂ ਅੱਜ ਦੀ ਜਮਾਤ। ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਸ਼੍ਰੇਣੀ ਲਾਜ਼ਮੀ ਪੰਜਾਬੀ ਤੇ ਪੰਜਾਬੀ ਕਹਾਣੀਆਂ ਵਿੱਚੋਂ ਅੱਜ ਦੀ ਕਹਾਣੀ ਹੈ ਕਹਾਣੀ ਮਾੜਾ ਬੰਦਾ। ਮਾੜਾ ਬੰਦਾ ਕਹਾਣੀ ਬੱਚਿਓ ਤੁਸੀਂ ਟੀਵੀ ਸੀਰੀਅਲ ਦੇ ਰੂਪ ਵਿੱਚ ਵੇਖੀ ਹੋ ਸਕਦੀ ਹੈ, ਕਿਉਂਕਿ ਦੂਰਦਰਸ਼ਨ ਕੇਂਦਰ ਜਲੰਧਰ ਦੁਆਰਾ ਇਸ ਕਹਾਣੀ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇੱਕ ਨਾਟਕ ਬਣਾ ਕੇ ਇੱਕ ਨਾਟਕੀ ਰੂਪਾਂਤਰਣ ਦਿੱਤਾ ਗਿਆ ਸੀ ਇਸ ਕਹਾਣੀ ਨੂੰ। ਮੱਧ ਵਰਗ ਦੀ ਮਾਨਸਿਕਤਾ ਨੂੰ ਇਸ ਕਹਾਣੀ ਦੇ ਰਾਹੀਂ ਬਖੂਬੀ ਚਿਤਰਿਆ ਗਿਆ ਹੈ। ਬੱਚਿਓ, ਜਦੋਂ ਤੁਸੀਂ ਇਸ ਕਹਾਣੀ ਨੂੰ ਪੜ੍ਹੋਗੇ ਜਾਂ ਸੁਣੋਗੇ ਤਾਂ ਪ੍ਰੇਮ ਪ੍ਰਕਾਸ਼ ਨੇ ਇਸ ਦੀ ਰਚਨਾ ਕੁਝ ਇਸ ਤਰ੍ਹਾਂ ਕੀਤੀ ਹੈ ਕਿ ਤੁਹਾਡੀਆਂ ਅੱਖਾਂ ਦੇ ਅੱਗੇ ਉਹ ਦ੍ਰਿਸ਼ ਬਣਦੇ ਜਾਣਗੇ ਤੇ ਇਹ ਦ੍ਰਿਸ਼ ਬਣਨੇ ਇਸ ਗੱਲ ਦਾ ਸੂਚਕ ਹੈ ਕਿ ਤੁਹਾਡਾ ਦਿਮਾਗ ਇਸ ਕਹਾਣੀ ਦੇ ਪਾਤਰਾਂ ਨੂੰ, ਇਸ ਕਹਾਣੀ ਦੀਆਂ ਘਟਨਾਵਾਂ ਨੂੰ ਆਪਣੇ ਅੰਦਰ ਹਮੇਸ਼ਾ ਦੇ ਲਈ ਰਿਕਾਰਡ ਕਰ ਰਿਹਾ ਹੈ। ਮਾੜਾ ਬੰਦਾ ਕਹਾਣੀ ਬਾਰੇ ਗੱਲ ਕਰਨ ਤੋਂ ਪਹਿਲਾਂ ਬੱਚਿਓ ਗੱਲ ਕਰਦੇ ਹਾਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਬਾਰੇ, ਕਿਉਂਕਿ ਆਪ ਜੀ ਸਾਹਿਤ ਦੇ ਵਿਦਿਆਰਥੀ ਹੋ ਤਾਂ ਸਾਹਿਤਕਾਰਾਂ ਦੇ ਬਾਰੇ ਜਾਣਕਾਰੀ ਹੋਣਾ ਵੀ ਬੜੀ ਚੰਗੀ ਗੱਲ ਹੈ ਆਪ ਜੀ ਦੇ ਲਈ। ਕਹਾਣੀਕਾਰ ਸਾਹਿਤਕਾਰ ਪ੍ਰੇਮ ਪ੍ਰਕਾਸ਼। ਤਾਂ ਬੱਚਿਓ, ਪ੍ਰੇਮ ਪ੍ਰਕਾਸ਼ ਪੰਜਾਬੀ ਦੇ ਇੱਕ ਮਹਾਨ ਲਿਖਾਰੀ ਨੇ। ਇਹਨਾਂ ਦਾ ਜੱਦੀ ਪਿੰਡ ਸੀ ਜਿਹੜਾ ਉਹ ਖੰਨਾ ਸ਼ਹਿਰ ਦੇ ਨੇੜੇ ਸੀ, ਬਦੀਨਪੁਰ। ਇਸ ਤੋਂ ਬਿਨਾਂ ਆਪ ਜੀ ਦਾ ਜਨਮ 7 ਅਪ੍ਰੈਲ 1932 ਨੂੰ ਹੋਇਆ ਤੇ ਆਪ ਨੇ ਬੱਚਿਓ ਪੰਜਾਬੀ ਸਾਹਿਤ ਦੀ ਝੋਲੀ ਉੱਚ ਕੋਟੀ ਦਾ ਸਾਹਿਤ ਪਾਇਆ। ਤੇ ਜੇ ਗੱਲ ਕਰੀਏ ਇਹਨਾਂ ਦੀ ਪੜ੍ਹਾਈ ਦੀ ਤਾਂ ਮੁੱਢਲੀ ਵਿੱਦਿਆ ਇਹਨਾਂ ਨੇ ਅਮਲੋਹ ਤੋਂ ਪ੍ਰਾਪਤ ਕੀਤੀ ਤੇ ਫਿਰ AS ਹਾਈ ਸਕੂਲ ਖੰਨਾ ਤੋਂ 10ਵੀਂ ਕੀਤੀ ਤੇ 1966 ਵਿੱਚ ਆਪ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ MA ਉਰਦੂ ਵਿੱਚ ਕੀਤੀ। ਪ੍ਰੇਮ ਪ੍ਰਕਾਸ਼ ਉਸ ਵੇਲੇ ਕ੍ਰਿਸਚੀਅਨ ਬੇਸਿਕ ਟ੍ਰੇਨਿੰਗ ਸਕੂਲ ਖਰੜ ਤੋਂ JBT ਕਰਦੇ ਨੇ ਤੇ JBT ਕਰਨ ਤੋਂ ਬਾਅਦ ਇਹ ਪ੍ਰਾਇਮਰੀ ਅਧਿਆਪਕ ਲੱਗੇ ਰਹੇ। ਇਸ ਤੋਂ ਬਾਅਦ ਆਪ ਜੀ ਨੇ ਪੱਤਰਕਾਰੀ ਦਾ ਡਿਪਲੋਮਾ ਕੀਤਾ ਤੇ ਉਸ ਤੋਂ ਬਾਅਦ ਜਲੰਧਰ ਵਿਖੇ ਇੱਕ ਉਰਦੂ ਅਖਬਾਰ ਸੀ ਜਿਸ ਦਾ ਨਾਮ ਸੀ ਰੋਜ਼ਾਨਾ ਮਿਲਾਪ ਤੇ ਫਿਰ ਇੱਕ ਹੋਰ ਅਖਬਾਰ ਰੋਜ਼ਾਨਾ ਹਿੰਦ ਸਮਾਚਾਰ। ਇਹਨਾਂ ਅਖਬਾਰਾਂ ਦੇ ਵਿੱਚ ਸਬ ਐਡੀਟਰ ਵਜੋਂ ਕੰਮ ਕਰਦੇ ਰਹੇ। ਇਸ ਤੋਂ ਬਾਅਦ ਪ੍ਰੇਮ ਪ੍ਰਕਾਸ਼ ਸਾਹਿਤਕਾਰੀ ਵੱਲ ਸਮਰਪਿਤ ਹੋ ਜਾਂਦੇ ਨੇ। ਇਹਨਾਂ ਦੀ ਕਹਾਣੀ ਮਾੜਾ ਬੰਦਾ ਤੋਂ ਬਿਨਾਂ ਹੋਰ ਕਹਾਣੀਆਂ ਜਿਵੇਂ ਬੰਗਲਾ, ਡਾਕਟਰ ਸ਼ਕੁੰਤਲਾ, ਗੋਈ ਤੇ ਨਿਰਵਾਣ, ਇਹਨਾਂ ਕਹਾਣੀਆਂ ਦੇ ਆਧਾਰ ਤੇ ਫਿਲਮਾਂ ਦਾ ਨਿਰਮਾਣ ਵੀ ਹੋਇਆ, ਜਾਣੀ ਇਹ ਕਹਾਣੀਆਂ ਫਿਲਮਾਂ ਦਾ ਆਧਾਰ ਵੀ ਬਣੀਆਂ। ਤੇ ਬੱਚਿਓ, ਹੁਣ ਗੱਲ ਕਰਦੇ ਹਾਂ ਪ੍ਰੇਮ ਪ੍ਰਕਾਸ਼ ਦੀਆਂ ਕੁਝ ਰਚਨਾਵਾਂ ਦੀ। ਪ੍ਰੇਮ ਪ੍ਰਕਾਸ਼ ਨੇ ਪੰਜਾਬੀ ਨੂੰ ਉਮਦਾ ਰਚਨਾਵਾਂ ਦਿੱਤੀਆਂ, ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ। ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿੱਚੋਂ ਕੁਝ ਪ੍ਰਮੁੱਖ ਰਚਨਾਵਾਂ ਜਿਨ੍ਹਾਂ ਵਿੱਚ ਕੁਝ ਅਣਕਿਹਾ ਵੀ, ਨਮਾਜ਼ੀ, ਦਸਤਾਵੇਜ਼, ਕਚਕੜੇ, ਸਦੀਆਂ ਦਾ ਸੰਤਾਪ, ਪਾਕਿਸਤਾਨ ਦੇ ਸੂਫੀਖਾਨੇ, ਮੁਕਤੀ, ਸ਼ਵੇਤਾਂਬਰ ਨੇ ਕਿਹਾ ਸੀ, ਰੰਗ ਮੰਚ ਤੇ ਭਿਕਸ਼ੂ। ਤੇ ਇਸ ਤੋਂ ਬਿਨਾਂ ਬੱਚੋ ਇਹਨਾਂ ਨੇ 3 ਸਵੈ ਜੀਵਨੀਆਂ ਲਿਖੀਆਂ ਜਿਨ੍ਹਾਂ ਨੂੰ ਨਾਮ ਦਿੱਤਾ ਦੇਖ ਬੰਦੇ ਦੇ ਭੇਖ, ਬੰਦੇ ਅੰਦਰ ਬੰਦੇ ਤੇ ਆਤਮ ਮਾਇਆ। ਤੇ ਉਮੀਦ ਕਰਦਾ ਹਾਂ ਕਿ ਵਿਦਿਆਰਥੀ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਇਹਨਾਂ ਕਿਤਾਬਾਂ ਵਿੱਚੋਂ ਕੁਝ ਕਿਤਾਬਾਂ ਨੂੰ ਜ਼ਰੂਰ ਲੱਭਣਗੇ ਤੇ ਜ਼ਰੂਰ ਪੜ੍ਹਨਗੇ, ਕਿਉਂਕਿ ਬੱਚਿਓ ਮੋਬਾਈਲ ਤੇ ਘੰਟਿਆਂ ਬੱਧੀ ਬਿਤਾਇਆ ਸਮਾਂ ਤੇ ਉਸ ਦੇ ਨਾਲੋਂ ਬੈਠ ਕੇ ਕਿਤਾਬ ਨੂੰ ਪੜ੍ਹਿਆ ਹੋਇਆ ਉਹ ਸਮਾਂ ਜ਼ਿਆਦਾ ਗੁਣਕਾਰੀ ਹੈ।
ਪ੍ਰੇਮ ਪ੍ਰਕਾਸ਼ ਨੂੰ ਇਹਨਾਂ ਦੀਆਂ ਰਚਨਾਵਾਂ ਦੇ ਲਈ ਕਿੰਨੇ ਸਨਮਾਨ ਪ੍ਰਾਪਤ ਹੋਏ। ਤਾਂ ਉਹਨਾਂ ਸਨਮਾਨਾਂ ਵਿੱਚੋਂ ਗੱਲ ਕਰਦੇ ਹਾਂ। ਕੁਝ ਸਨਮਾਨ, ਇਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਸੀ ਕੁਝ ਅਣਕਿਹਾ ਵੀ, ਤੇ ਉਸ ਕਹਾਣੀ ਸੰਗ੍ਰਹਿ ਦੇ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਦਾ ਹੈ। ਇਸ ਤੋਂ ਬਿਨਾਂ ਭਾਈ ਵੀਰ ਸਿੰਘ ਵਾਰਤਕ ਪੁਰਸਕਾਰ ਦੇ ਨਾਲ ਨਵਾਜ਼ਿਆ ਗਿਆ। ਸਾਹਿਤ ਅਕਾਦਮੀ ਦਿੱਲੀ ਵੱਲੋਂ ਤੇ ਫਿਰ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤਾ ਗਿਆ। ਇਸ ਤਰ੍ਹਾਂ ਕਿੰਨੇ ਸਨਮਾਨ ਪ੍ਰਾਪਤ ਹੋਏ ਪ੍ਰੇਮ ਪ੍ਰਕਾਸ਼ ਨੂੰ ਇਹਨਾਂ ਦੀਆਂ ਰਚਨਾਵਾਂ ਦੇ ਲਈ। ਤਾਂ ਪ੍ਰੇਮ ਪ੍ਰਕਾਸ਼ ਬਾਰੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਗੱਲ ਕਰਦੇ ਹਾਂ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਇਹਨਾਂ ਦੀ ਦਿੱਤੀ ਹੋਈ ਬੜੀ ਸਵਾਦਲੀ ਜੀ ਕਹਾਣੀ ਮਾੜਾ ਬੰਦਾ ਦੇ ਬਾਰੇ। ਤਾਂ ਬੱਚਿਓ, ਮਾੜਾ ਬੰਦਾ ਕਹਾਣੀ ਦੀ ਸ਼ੁਰੂਆਤ ਹੈ ਜਿਹੜੀ ਕੁਝ ਇੱਦਾਂ ਹੁੰਦੀ ਹੈ ਕਿ ਜਦ ਲੇਖਕ ਦੀ ਪਤਨੀ ਸਬਜ਼ੀ ਮੰਡੀ ਗਈ ਹੋਈ ਸੀ ਤੇ ਉਸਨੇ ਘਰ ਆਉਣ ਦੇ ਲਈ ਇੱਕ ਰਿਕਸ਼ੇ ਵਾਲੇ ਦੇ ਨਾਲ ਪੈਸੇ ਤੈਅ ਕਰ ਲਏ ਸਨ। ਤਾਂ ਕਹਾਣੀ ਦੀ ਇਸ ਪਹਿਲੀ ਘਟਨਾ ਦੇ ਆਧਾਰ ਤੇ ਅਸੀਂ ਹੈਡਿੰਗ ਬਣਾਇਆ ਕਿ ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨੂੰ 2 ਰੁਪਏ ਦੇਣੇ ਤੈਅ ਕਰਨਾ। ਕੀ ਹੁੰਦਾ ਕਿ ਜਦ ਲੇਖਕ ਦੀ ਪਤਨੀ ਨੇ ਸਬਜ਼ੀ ਮੰਡੀ ਤੋਂ ਘਰ ਤੱਕ ਰਿਕਸ਼ੇ ਵਾਲੇ ਨੂੰ 2 ਰੁਪਏ ਦੇਣੇ ਤੈਅ ਕੀਤੇ ਤਾਂ ਰਿਕਸ਼ੇ ਵਾਲਾ 2 ਰੁਪਇਆਂ ਵਿੱਚ ਮੰਨ ਗਿਆ ਤੇ ਰਿਕਸ਼ੇ ਵਾਲੇ ਨੇ ਉਹਨਾਂ 2 ਰੁਪਇਆਂ ਵਿੱਚ ਲੇਖਕ ਦੀ ਪਤਨੀ ਨੂੰ ਘਰ ਤੱਕ ਪਹੁੰਚਾਉਣ ਦੇ ਲਈ ਰਿਕਸ਼ੇ ਤੇ ਬਿਠਾ ਵੀ ਲਿਆ। ਇਹ ਦੁਪਹਿਰ ਦਾ ਵੇਲਾ ਸੀ ਤੇ ਰਿਕਸ਼ੇ ਵਾਲੇ ਨੂੰ ਲੱਗਿਆ ਕਿ ਘਰੇ ਕੋਈ ਮਰਦ ਨਹੀਂ ਹੋਵੇਗਾ, ਇਹ ਇਕੱਲੀ ਔਰਤ ਹੈ, ਕਿਉਂ ਨਾ ਇਸ ਨੂੰ ਲੁੱਟਿਆ ਜਾਵੇ। ਰਿਕਸ਼ਾ ਰੋਕਿਆ ਤੇ ਕਹਿਣ ਲੱਗਾ ਕਿ ਬੀਬੀ ਜੀ, ਇਹ ਤਾਂ ਸ਼ਕਤੀ ਨਗਰ ਆ ਗਿਆ, ਸੜਕ ਟੁੱਟੀ ਪਈ ਹੈ, 3 ਰੁਪਏ ਦਿਓ। ਉਸ ਵੇਲੇ ਲੇਖਕ ਘਰ ਦੇ ਅੰਦਰ ਬੈਠਾ ਇੱਕ ਚਿੱਠੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਦੇ ਕੰਨੀ ਜਦ ਇਹ ਇੱਦਾਂ ਬਾਹਰੋਂ ਬੋਲਣ ਦੀ ਆਵਾਜ਼ ਪਈ ਤਾਂ ਉਹ ਘਰੋਂ ਬਾਹਰ ਆ ਗਿਆ ਤੇ ਘਰ ਦੇ ਬਾਹਰ ਆ ਕੇ ਕੀ ਦ੍ਰਿਸ਼ ਵੇਖਦਾ ਕਿ ਰਿਕਸ਼ੇ ਵਾਲੇ ਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਪਤਨੀ ਦੇ ਦਿੱਤੇ ਹੋਏ 2 ਰੁਪਏ ਦੂਰ ਵਗਾ ਸੁੱਟੇ। ਇਹ ਹਰਕਤ ਵੇਖ ਬੱਚਿਓ ਕਿਸੇ ਨੂੰ ਵੀ ਗੁੱਸਾ ਆ ਜਾਂਦਾ ਕਿਉਂਕਿ ਇਹ ਇੱਕ ਗਲਤ ਹਰਕਤ ਸੀ। ਤਾਂ ਲੇਖਕ ਨੂੰ ਵੀ ਉਸ ਦੀ ਇਸ ਹਰਕਤ ਤੇ ਗੁੱਸਾ ਆਇਆ ਤੇ ਉਹ ਉਸ ਨੂੰ ਕਮੀਨਾ ਕਹਿ ਕੇ ਮਾਰਨ ਲੱਗਾ। ਤਾਂ ਰਿਕਸ਼ੇ ਵਾਲਾ ਮੂੰਹੋਂ ਬੋਲਦਾ ਹੈ ਕਿ ਗਰੀਬ ਹਾਂ ਨਾ, ਮਾੜਾ ਬੰਦਾ ਹਾਂ ਨਾ, ਤੇ ਭੈੜੀਆਂ ਨਜ਼ਰਾਂ ਦੇ ਨਾਲ ਵੇਖਦਾ ਰਿਕਸ਼ਾ ਲੈ ਕੇ ਥੋੜਾ ਅੱਗੇ ਤੁਰ ਗਿਆ। ਉਹ ਤਾਂ ਰਿਕਸ਼ਾ ਲੈ ਕੇ ਥੋੜਾ ਅੱਗੇ ਤੁਰ ਗਿਆ। ਹੁਣ ਕਹਾਣੀ ਦੇ ਵਿੱਚ ਅੱਗੇ ਕੀ ਵਾਪਰਦਾ ਕਿ ਇਸ ਬੋਲ ਬੁਲਾਰੇ ਤੋਂ ਬਾਅਦ ਲੇਖਕ ਤੇ ਉਸ ਦੀ ਪਤਨੀ ਤਾਂ ਘਰ ਦੇ ਅੰਦਰ ਆ ਜਾਂਦੇ ਨੇ, ਪਰ ਰਿਕਸ਼ੇ ਵਾਲਾ ਬੱਚਿਓ ਕਿਧਰੇ ਹੋਰ ਨਹੀਂ ਸੀ ਗਿਆ, ਸਗੋਂ ਤਾਂ ਗਲੀ ਦੇ ਵਿੱਚ ਲੇਖਕ ਦੇ ਘਰ ਦੇ ਬਾਹਰ ਡੇਰਾ ਲਾ ਕੇ ਖੜ ਜਾਂਦਾ ਹੈ। ਤਾਂ ਕਹਾਣੀ ਦੀ ਇਸ ਘਟਨਾ ਦੇ ਆਧਾਰ ਤੇ ਹੈਡਿੰਗ ਬਣਾਇਆ, ਰਿਕਸ਼ੇ ਵਾਲੇ ਦਾ ਲੇਖਕ ਦੇ ਘਰ ਦੇ ਬਾਹਰ ਡੇਰਾ ਲਾ ਲੈਣਾ। ਕੀ ਹੁੰਦਾ ਕਿ ਝਗੜੇ ਤੇ ਬੋਲ ਬੁਲਾਰੇ ਤੋਂ ਬਾਅਦ ਦੋਵੇਂ ਪਤੀ ਪਤਨੀ ਘਰ ਦੇ ਅੰਦਰ ਆ ਜਾਂਦੇ ਨੇ। ਲੇਖਕ ਆਪਣੇ ਕੰਮ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੰਮ ਕੀ ਸੀ? ਕੰਮ ਇਹ ਸੀ ਕਿ ਉਸਨੇ ਫਰਨੀਚਰ ਬਣਵਾਉਣਾ ਸੀ ਤੇ ਉਸ ਦੇ ਬਾਬਤ ਉਹ ਆਪਣੀ ਭੂਆ ਦੇ ਪੁੱਤ ਨੂੰ ਫਰਨੀਚਰ ਬਣਵਾ ਕੇ ਭੇਜਣ ਦੇ ਲਈ ਚਿੱਠੀ ਲਿਖਣ ਦਾ ਯਤਨ ਕਰਦਾ ਹੈ। ਕਿਉਂਕਿ ਬੱਚਿਓ ਉਸ ਦੀ ਭੂਆ ਦਾ ਪੁੱਤ ਸੀ ਜਿਹੜਾ ਉਹ ਜੰਗਲਾਤ ਦਾ ਅਫਸਰ ਸੀ, ਤਾਂ ਫਰਨੀਚਰ ਦੇ ਲਈ ਕਿਸ ਤਰ੍ਹਾਂ ਦੀ ਲੱਕੜ ਚਾਹੀਦੀ ਹੈ, ਕਿਸ ਤਰ੍ਹਾਂ ਦਾ ਡਿਜ਼ਾਈਨ ਚਾਹੀਦਾ ਹੈ, ਕਿੰਨੇ ਸਾਈਜ਼ ਦਾ ਫਰਨੀਚਰ, ਤੇ ਫਰਨੀਚਰ ਬਾਬਤ ਕੁਝ ਹੋਰ ਗੱਲਾਂ ਜੋ ਉਸਨੇ ਦਿਮਾਗ ਦੇ ਨਾਲ ਸੋਚ ਕੇ ਲਿਖਣੀਆਂ ਸਨ, ਉਹ ਸਭ ਗੱਲਾਂ ਦਿਮਾਗ ਦੇ ਵਿੱਚ ਉਹ ਯਾਦ ਕਰਦਾ ਹੈ ਤੇ ਚਿੱਠੀ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਤੇ ਉਸ ਦੀ ਜਿਹੜੀ ਪਤਨੀ ਹੈ ਉਹ ਰਸੋਈ ਵਿੱਚ ਚਾਹ ਬਣਾਉਣ ਲੱਗਦੀ ਹੈ। ਚਾਹ ਬਣਾਉਂਦਿਆਂ ਬਣਾਉਂਦਿਆਂ ਪਤਨੀ ਨੇ ਰਸੋਈ ਵਿੱਚੋਂ ਚੋਰੀ ਚੋਰੀ ਨਿਕਲ ਕੇ 2 ਵਾਰ ਰਿਕਸ਼ੇ ਵਾਲੇ ਨੂੰ ਵੇਖਿਆ ਤੇ ਲੇਖਕ ਦੇ ਕੋਲ ਆ ਕੇ ਦੱਸਿਆ ਕਿ ਹੈ ਜੀ, ਉਹ ਤੇ ਉੱਥੇ ਹੀ ਖਲੋਤਾ ਹੈ। ਉਸ ਵੇਲੇ ਲੇਖਕ ਚਿੱਠੀ ਲਿਖਣ ਦੇ ਲਈ ਗੱਲਾਂ ਸੋਚ ਰਿਹਾ ਸੀ ਤਾਂ ਜਦ ਪਤਨੀ ਦੁਆਰਾ ਆ ਕੇ ਇੱਦਾਂ ਦੱਸਿਆ ਗਿਆ ਕਿ ਰਿਕਸ਼ੇ ਵਾਲਾ ਕਿਤੇ ਨਹੀਂ ਗਿਆ ਤੇ ਘਰ ਦੇ ਬਾਹਰ ਖੜਾ ਹੈ, ਤਾਂ ਲੇਖਕ ਨੂੰ ਗੁੱਸਾ ਆਇਆ ਤੇ ਗੁੱਸੇ ਤੇ ਖਿਜੀ ਨਜ਼ਰ ਦੇ ਨਾਲ ਉਹ ਪਤਨੀ ਵੱਲ ਵੇਖਦਾ ਹੈ। ਲੇਖਕ ਦੇ ਇੱਦਾਂ ਦੇਖਣ ਦੇ ਨਾਲ ਉਹ ਥੋੜਾ ਡਰ ਜਾਂਦੀ ਹੈ ਤੇ ਵਿਚਾਰੀ ਚੁੱਪਚਾਪ ਰਸੋਈ ਦੇ ਵਿੱਚ ਵੜ ਕੇ ਚਾਹ ਬਣਾਉਣ ਲੱਗਦੀ ਹੈ। ਤਾਂ ਬੱਚਿਓ ਇਸ ਤਰ੍ਹਾਂ ਇੱਕ ਰਿਕਸ਼ੇ ਵਾਲੇ ਦੇ ਬਾਹਰ ਖੜੇ ਹੋਣ ਕਰਕੇ ਇਕੱਲੀ ਪਤਨੀ ਹੀ ਬੇਚੈਨ ਨਹੀਂ ਸੀ, ਸਗੋਂ ਉਹ ਦੋਵੇਂ ਜਾਣੇ ਅੰਦਰੋਂ ਅੰਦਰੀ ਬੇਚੈਨ ਸਨ।
ਤੇ ਲੇਖਕ ਆਪਣੀ ਬੇਚੈਨੀ ਲੁਕਾਉਣ ਦਾ ਯਤਨ ਕਰਦਾ ਹੈ। ਪਰ ਅਸਲ ਵਿੱਚ ਉਹ ਆਪ ਵੀ ਆਪਣੀ ਪਤਨੀ ਦੇ ਵਾਂਗ ਬਾਰੀ ਵਿੱਚੋਂ ਬਾਹਰ ਖੜੇ ਰਿਕਸ਼ੇ ਵਾਲੇ ਨੂੰ ਕਿੰਨੀ ਵਾਰ ਵੇਖ ਚੁੱਕਾ ਸੀ। ਇਹ ਤਾਂ ਗੱਲ ਸੀ ਲੇਖਕ ਤੇ ਉਸਦੀ ਪਤਨੀ ਦੀ। ਪਰ ਜੇ ਆਪਾਂ ਆਪਣੀ ਜ਼ਿੰਦਗੀ ਵੱਲ ਵੇਖੀਏ ਤਾਂ ਬੱਚਿਓ, ਬਣਦੀ ਹੈ ਨਾ ਇਦਾਂ ਦੀ ਸਥਿਤੀ ਸਾਡੇ ਨਾਲ ਵੀ ਕਦੇ ਨਾ ਕਦੇ। ਜਦ ਤੁਹਾਡੇ ਅੰਦਰ ਗੱਲ ਕੁਝ ਹੋਰ ਹੁੰਦੀ ਹੈ ਤੇ ਬਾਹਰੋਂ ਤੁਸੀਂ ਕੁਝ ਹੋਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਰ ਬੱਚਿਓ, ਇਹ ਕੋਸ਼ਿਸ਼ ਜ਼ਿਆਦਾ ਸਮੇਂ ਤੱਕ ਕਾਮਯਾਬ ਨਹੀਂ ਹੁੰਦੀ, ਕਿਉਂਕਿ ਤੁਹਾਡੇ ਕੰਮ, ਤੁਹਾਡੀ ਬੋਲਚਾਲ ਤੇ ਤੁਹਾਡਾ ਵਿਵਹਾਰ ਦੱਸ ਦਿੰਦਾ ਕਿ ਸੱਚਾਈ ਇਹ ਨਹੀਂ ਜੋ ਪੇਸ਼ ਹੋ ਰਹੀ ਹੈ, ਸੱਚਾਈ ਕੁਝ ਹੋਰ ਹੈ। ਤੇ ਬਿਲਕੁਲ ਇਦਾਂ ਹੀ ਹੁੰਦਾ ਹੈ ਲੇਖਕ ਤੇ ਉਸਦੀ ਪਤਨੀ ਦੇ ਨਾਲ। ਉਹ ਇੱਕ ਰਿਕਸ਼ੇ ਵਾਲੇ ਦੇ ਪੈਸੇ ਵਗਾ ਕੇ ਮਾਰਨ ਤੋਂ ਬਾਅਦ ਤੇ ਫਿਰ ਰਿਕਸ਼ੇ ਵਾਲੇ ਦੇ ਲੰਮੇ ਸਮੇਂ ਤੱਕ ਘਰ ਦੇ ਬਾਹਰ ਖੜੇ ਰਹਿਣ ਕਾਰਨ ਬੇਚੈਨ ਹੋ ਗਏ ਸਨ। ਉਹ ਦੋਵੇਂ ਇਕਾਗਰ ਚਿੱਤ ਨਹੀਂ ਹੋ ਪਾ ਰਹੇ ਸਨ। ਲੇਖਕ ਤੋਂ ਚਿੱਠੀ ਨਹੀਂ ਸੀ ਲਿਖੀ ਜਾ ਰਹੀ ਤੇ ਪਤਨੀ ਤੋਂ ਚਾਹ ਨਹੀਂ ਸੀ ਬਣ ਰਹੀ। ਤੇ ਘੜੀ ਮੁੜੀ ਉਹ ਬਾਹਰ ਖੜੇ ਰਿਕਸ਼ੇ ਵਾਲੇ ਨੂੰ ਵੇਖ ਕੇ ਅੰਦਰ ਬੈਠੇ ਘਬਰਾਈ ਜਾਂਦੇ ਸਨ। ਬੱਚਿਓ, ਉਹ ਤਾਂ ਘਬਰਾਏ ਬੈਠੇ ਸਨ। ਤੇ ਹੁਣ ਵੱਧਦੇ ਹਾਂ ਕਹਾਣੀ ਦੇ ਅਗਲੇ ਹਿੱਸੇ ਵੱਲ। ਤੇ ਆਓ ਵੇਖੀਏ ਕਿ ਉਹ ਰਿਕਸ਼ੇ ਵਾਲਾ ਐਡਾ ਕਿੱਡਾ ਕੁ ਭਲਵਾਨ ਆਦਮੀ ਸੀ, ਜਾਂ ਕਿੱਡਾ ਕੁ ਤਾਕਤਵਰ ਬੰਦਾ ਸੀ, ਜਿਸ ਤੋਂ ਦੋਵੇਂ ਪਤੀ ਪਤਨੀ ਭੈ ਭੀਤ ਹੋਏ ਬੈਠੇ ਸਨ, ਮਤਲਬ ਡਰੇ ਹੋਏ ਸਨ। ਤਾਂ ਸਾਂਝਾ ਕਰਦੇ ਹਾਂ ਰਿਕਸ਼ੇ ਵਾਲੇ ਦਾ ਹੁਲੀਆ, ਕਿ ਕਿੱਦਾਂ ਦਾ ਸੀ ਉਹ ਰਿਕਸ਼ੇ ਵਾਲਾ। ਤਾਂ ਅਸੀਂ ਹੈਡਿੰਗ ਬਣਾਵਾਂਗੇ ਰਿਕਸ਼ੇ ਵਾਲੇ ਦਾ ਹੁਲੀਆ। ਬੱਚੋ, ਪ੍ਰੇਮ ਪ੍ਰਕਾਸ਼ ਨੇ ਜਿਸ ਤਰ੍ਹਾਂ ਦਾ ਬੰਦਾ ਕਹਾਣੀ ਦੇ ਵਿੱਚ ਪੇਸ਼ ਕੀਤਾ ਹੈ, ਉਸ ਨੂੰ ਪੜ੍ਹ ਕੇ ਜਾਂ ਸੁਣ ਕੇ ਤੁਸੀਂ ਆਪਣੀਆਂ ਅੱਖਾਂ ਦੇ ਅੱਗੇ ਆਪਣੀ ਕਲਪਨਾ ਦੇ ਨਾਲ ਉਸ ਤਰ੍ਹਾਂ ਦਾ ਬੰਦਾ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨਾ, ਤਾਂ ਦੇਖਣਾ ਕਿ ਕਿੱਦਾਂ ਦਾ ਸੀ ਉਹ ਰਿਕਸ਼ੇ ਵਾਲਾ। ਤੇ ਹੁਣ ਪ੍ਰੇਮ ਪ੍ਰਕਾਸ਼ ਨੇ ਕਿੱਦਾਂ ਦਾ ਬੰਦਾ ਪੇਸ਼ ਕੀਤਾ, ਤਾਂ ਉਹ ਰਿਕਸ਼ੇ ਵਾਲਾ ਕੁੱਬੀ ਹੋਈ ਪਿੱਠ ਵਾਲਾ ਸੀ ਤੇ ਟਾਕੀਆਂ ਲੱਗੀ ਗੰਦੀ ਬੁਰਸ਼ਟ ਪਾਈ ਹੋਈ ਸੀ ਉਸਨੇ। ਕੱਛੇ ਦੇ ਹੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ। ਉਸ ਆਦਮੀ ਨੂੰ ਵੇਖ ਕੇ ਲੱਗਦਾ ਸੀ ਕਿ ਜਿਵੇਂ ਕੋਈ ਲੁਟੇਰਾ ਹੋਵੇ ਜਾਂ ਕੋਈ ਕਾਤਲ ਹੋਵੇ। ਬੜੀਆਂ ਕਮੀਨੀਆਂ ਜੀਆਂ ਨਜ਼ਰਾਂ ਦੇ ਨਾਲ ਉਹ ਵੇਖ ਰਿਹਾ ਸੀ। ਤੇ ਲੇਖਕ ਅੱਗੇ ਲਿਖਦਾ ਕਿ ਉਹ ਰਿਕਸ਼ੇ ਵਾਲਾ ਕੁਝ ਇਦਾਂ ਦਾ ਸੀ ਕਿ ਜੇਕਰ ਉਸਦੀ ਫੋਟੋ ਖਿੱਚ ਕੇ ਅਖਬਾਰ ਦੇ ਵਿੱਚ ਛਾਪ ਦਿੱਤੀ ਜਾਵੇ ਤੇ ਨਾਲ ਲਿਖ ਦਿੱਤਾ ਜਾਵੇ ਕਿ ਇਸ ਬੰਦੇ ਨੇ ਆਪਣੇ ਮਾਲਕ, ਆਪਣੀ ਪਤਨੀ ਤੇ ਉਸਦੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਹੈ, ਤਾਂ ਲੋਕ ਇਹ ਗੱਲ ਸੱਚ ਮੰਨ ਲੈਣਗੇ। ਤਾਂ ਬੱਚਿਓ, ਹੁਣ ਸਪਸ਼ਟ ਹੋ ਕੇ ਰਿਕਸ਼ੇ ਵਾਲਾ ਬੰਦਾ ਤੁਹਾਡੀਆਂ ਅੱਖਾਂ ਦੇ ਅੱਗੇ ਆ ਗਿਆ ਹੈ ਨਾ। ਤਾਂ ਇਸ ਤਰ੍ਹਾਂ ਦਾ ਸੀ ਉਹ ਰਿਕਸ਼ੇ ਵਾਲਾ। ਹੁਣ ਕਿੱਦਾਂ ਦਾ ਸੀ ਰਿਕਸ਼ੇ ਵਾਲਾ, ਉਹ ਤੁਹਾਨੂੰ ਸਪਸ਼ਟ ਹੋ ਗਿਆ। ਤਾਂ ਬੱਚਿਓ, ਅੱਗੇ ਕਹਾਣੀ ਦੇ ਵਿੱਚ ਜੋ ਘਟਨਾ ਵਾਪਰਦੀ ਹੈ ਉਹ ਲੇਖਕ ਨੂੰ ਹੋਰ ਡਰਾ ਦਿੰਦੀ ਹੈ। ਕੀ ਹੁੰਦਾ ਕਿ ਝਗੜੇ ਨੂੰ 1 ਘੰਟਾ ਬੀਤ ਜਾਂਦਾ ਹੈ ਤੇ 1 ਘੰਟਾ ਬੀਤਣ ਤੋਂ ਬਾਅਦ ਰਿਕਸ਼ੇ ਵਾਲਾ ਕਿਤੇ ਨਹੀਂ ਜਾਂਦਾ, ਬਲਕਿ ਲੇਖਕ ਦੇ ਘਰ ਦੇ ਬਾਹਰ ਜਿਹੜਾ ਚੌਂਕ ਸੀ ਉਸਦੇ ਖੱਬੇ ਪਾਸੇ ਰਿਕਸ਼ੇ ਦਾ ਰੁੱਖ ਪਾਰਕ ਵੱਲ ਨੂੰ ਕਰਕੇ ਉੱਥੇ ਹੀ ਖੜਾ ਰਹਿੰਦਾ ਹੈ। ਉਸੇ ਵੇਲੇ ਲੇਖਕ ਦਾ ਵੱਡਾ ਪੁੱਤਰ ਆਉਂਦਾ ਹੈ ਤੇ ਉਹ ਲੇਖਕ ਨੂੰ ਆ ਕੇ ਦੱਸਦਾ ਕਿ ਉਸ ਰਿਕਸ਼ੇ ਵਾਲੇ ਨੂੰ ਇੱਕ ਬੰਦੇ ਨੇ ਪੁੱਛਿਆ, ਚੱਲਣਾ ਹੀ ਕੰਪਨੀ ਬਾਗ? ਤਾਂ ਕਹਿੰਦਾ ਨਹੀਂ। ਤੇ ਫਿਰ ਕੁਝ ਸਮੇਂ ਬਾਅਦ ਲੇਖਕ ਨੇ ਬਾਰੀ ਵਿੱਚੋਂ ਦੇਖਿਆ ਕਿ ਇੱਕ ਹੋਰ ਰਿਕਸ਼ੇ ਵਾਲਾ ਬੰਦਾ ਉਸਦੇ ਕੋਲ ਖੜਾ ਹੈ। ਦੋਹਾਂ ਨੇ ਥੋੜ੍ਹੀ ਜਿਹੀ ਗੱਲ ਕੀਤੀ ਤੇ ਫਿਰ ਉਹ ਦੂਜਾ ਜਿਹੜਾ ਰਿਕਸ਼ੇ ਵਾਲਾ ਸੀ ਉਹ ਗੱਲ ਕਰਕੇ ਕਾਹਲ ਦੇ ਨਾਲ ਅੱਡੇ ਵੱਲ ਚਲਾ ਗਿਆ। ਆ ਦੋਵੇਂ ਗੱਲਾਂ, ਕਿ ਇੱਕ ਸਵਾਰੀ ਨੂੰ ਕੰਪਨੀ ਬਾਗ ਜਾਣ ਤੋਂ ਨਾ ਕਰਨ ਵਾਲੀ ਤੇ ਦੂਜੀ ਹੋਰ ਰਿਕਸ਼ੇ ਵਾਲੇ ਦਾ ਗੱਲ ਕਰਕੇ ਕਾਹਲ ਨਾਲ ਅੱਡੇ ਵੱਲ ਚਲੇ ਜਾਣਾ, ਇਸ ਨਾਲ ਲੇਖਕ ਅੰਦਰੋਂ ਹੋਰ ਘਬਰਾ ਜਾਂਦਾ ਹੈ। ਉਸ ਨੂੰ ਲੱਗਾ ਕਿ ਹੁਣ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਹੈ। ਇਹਨਾਂ 'ਚ ਏਕਾ ਬੜਾ ਹੁੰਦਾ ਹੈ, ਮਾੜੀ ਜਿਹੀ ਗੱਲ ਹੋਣ ਤੇ ਸਾਰੇ ਚੰਬੜ ਜਾਂਦੇ ਨੇ। ਇਹਨਾਂ ਦਾ ਕੁਝ ਨਹੀਂ ਜਾਂਦਾ, ਪਰ ਸ਼ਰੀਫ ਬੰਦੇ ਦੀ ਮਿੱਟੀ ਹੋ ਜਾਂਦੀ ਹੈ। ਇਹ ਸੋਚਾਂ ਸੋਚਦਾ ਲੇਖਕ ਹੋਰ ਬੇਚੈਨ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਵੱਧ ਰਹੀ ਸੀ ਲੇਖਕ ਦੀ ਬੇਚੈਨੀ। ਤਾਂ ਇਸ ਵੱਧਦੀ ਬੇਚੈਨੀ ਦੇ ਕਾਰਨ ਬੱਚਿਓ,
ਉਸ ਤੋਂ ਇਕਾਗਰ ਹੋ ਕੇ ਚਿੱਠੀ ਨਹੀਂ ਸੀ ਲਿਖੀ ਜਾ ਰਹੀ। ਤੁਸੀਂ ਆਪ ਸੋਚੋ ਕਿ ਜਦ ਇੰਨੀਆਂ ਗੱਲਾਂ ਅੰਦਰ ਘੁੰਮ ਰਹੀਆਂ ਹੋਣ ਤਾਂ ਕੋਈ ਕੰਮ ਇਕਾਗਰਤਾ ਨਾਲ ਹੋ ਸਕਦਾ ਕਿਤੇ? ਨਹੀਂ ਨਾ। ਸੋ ਲੇਖਕ ਵੀ ਉੱਪਰੋਂ ਉੱਪਰੋਂ ਬੇਪਰਵਾਹੀ ਵਿਖਾਉਂਦਾ ਸੀ, ਪਰ ਅੰਦਰੋਂ ਅੰਦਰੀ ਰਿਕਸ਼ੇ ਵਾਲੇ ਤੋਂ ਡਰਿਆ ਬੈਠਾ ਸੀ, ਬੇਚੈਨੀ ਦੇ ਨਾਲ ਭਰਿਆ ਹੋਇਆ ਸੀ। ਉਹ ਜੋ ਚਿੱਠੀ ਲਿਖ ਰਿਹਾ ਸੀ ਉਸ ਵਿੱਚ ਲਿਖਣ ਵਾਲੀਆਂ ਬਹੁਤੀਆਂ ਗੱਲਾਂ ਤਾਂ ਉਹ ਭੁੱਲ ਗਿਆ ਸੀ। ਤੇ ਇਹ ਲਿਖ ਚਿੱਠੀ ਬੰਦ ਕਰ ਦਿੰਦਾ ਕਿ ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ, ਤੇ ਮਿਸਤਰੀ ਨੇ ਜੋ ਲੱਕੜ ਬਾਰੇ ਗੱਲਾਂ ਦੱਸੀਆਂ ਸੀ ਕਿ ਕਿੱਦਾਂ ਦੀ ਲੱਕੜ ਹੋਵੇ, ਉਹ ਸਭ ਤਾਂ ਉਹ ਭੁੱਲ ਗਿਆ। ਤੇ ਦਿਮਾਗ ਦੇ ਵਿੱਚ ਉਸ ਰਿਕਸ਼ੇ ਵਾਲੇ ਨੂੰ ਹਰਾਮਜ਼ਾਦਾ ਆਖਦਾ ਹੋਇਆ, ਬਾਕੀ ਗੱਲਾਂ ਅਗਲੀ ਚਿੱਠੀ ਵਿੱਚ ਲਿਖਾਂਗਾ। ਇਹ ਲਿਖ ਕੇ ਚਿੱਠੀ ਨੂੰ ਬੰਦ ਕਰ ਦਿੰਦਾ ਹੈ। ਤਾਂ ਬੱਚਿਓ, ਇਹ ਤਾਂ ਸੀ ਲੇਖਕ ਦੀ ਹਾਲਤ। ਹੁਣ ਉਸ ਦੀ ਪਤਨੀ ਦੀ ਕੀ ਹਾਲਤ ਸੀ, ਉਸ ਦੇ ਆਧਾਰ ਤੇ ਅਸੀਂ ਹੈਡਿੰਗ ਬਣਾਇਆ ਕਿ ਲੇਖਕ ਦੀ ਪਤਨੀ ਦੁਆਰਾ ਸਮਝੌਤੇ ਦੇ ਰਾਹ ਲੱਭਣਾ। ਤਾਂ ਬੱਚਿਓ, ਅਸੀਂ ਵੇਖਿਆ ਕਿ ਲੇਖਕ ਕਿਸ ਹੱਦ ਤੱਕ ਬੇਚੈਨੀ ਤੇ ਪਰੇਸ਼ਾਨੀ ਦੇ ਨਾਲ ਜੂਝ ਰਿਹਾ ਸੀ। ਤਾਂ ਹੁਣ ਵੇਖਦੇ ਹਾਂ ਕਿ ਉਸ ਦੀ ਪਤਨੀ ਦੀ ਕੀ ਹਾਲਤ ਸੀ। ਤਾਂ ਬੱਚਿਓ, ਪਤਨੀ ਝਗੜੇ ਨੂੰ ਖਤਮ ਕਰਨ ਦੇ ਲਈ ਵਿਚਕਾਰਲਾ ਰਸਤਾ ਲੱਭ ਰਹੀ ਸੀ। ਉਹ ਮੁੜ ਹੌਸਲਾ ਜਿਹਾ ਕਰਕੇ ਲੇਖਕ ਦੇ ਕਮਰੇ ਦੇ ਬੂਹੇ ਤੇ ਆ ਕੇ ਖੜਦੀ ਹੈ ਤੇ ਵਿਚਾਰੀ ਹੌਲੀ ਜਿਹੀ ਬੋਲਦੀ ਹੈ ਕਿ ਚੰਗਾ ਹੁੰਦਾ ਰਿਕਸ਼ੇ ਵਾਲੇ ਨੂੰ ਚਾਹ ਦਾ ਹੀ ਕੱਪ ਪਿਆ ਦਿੰਦੀ, ਵਾਧੂ ਬਣ ਗਿਆ ਸੀ ਤੇ ਹੁਣ ਡੋਲਣਾ ਪਿਆ। ਤਾਂ ਬੱਚਿਓ, ਮੂੰਹ ਤੇ ਆ ਗਈ ਨਾ ਮੁਸਕਾਨ ਤੁਹਾਡੇ। ਬਿਲਕੁਲ ਤੁਸੀਂ ਵੀ ਸਮਝ ਗਏ ਕਿ ਉਹ ਵਿਚਾਰੀ ਡਰੀ ਹੋਈ ਕਿਵੇਂ ਸਮਝੌਤੇ ਦੇ ਰਾਹ ਲੱਭ ਰਹੀ ਸੀ। ਤੇ ਫਿਰ ਦੁਬਾਰਾ ਹੌਸਲਾ ਜਿਹਾ ਕਰਕੇ ਆਪਣੇ ਪਤੀ ਨੂੰ ਆਖਦੀ ਹੈ ਕਿ 3 ਰੁਪਈਆ ਨਾ ਦੇ ਦਿਓ, ਰੋਜ਼ ਰੁਪਇਆ 2 ਰੁਪਇਆ ਬੱਚੇ ਖਰਚ ਦਿੰਦੇ ਨੇ, ਕਿੰਨੇ ਹੋਰ ਪੈਸੇ ਵੀ ਰੋਡ ਛੱਡੀਦੇ ਨੇ। ਜੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ 3 ਰੁਪਏ ਲੈਂਦੇ ਨੇ ਰਿਕਸ਼ੇ ਵਾਲੇ। ਤਾਂ ਲੇਖਕ ਨੇ ਕਿਹਾ, ਗੁੱਸੇ ਵਿੱਚ ਕਿਹਾ ਕਿ ਹੁਣ ਕੋਈ ਰਾਤ ਹੈ, ਹੁਣ ਕੋਈ ਮੀਂਹ ਵਸਦਾ ਹੈ, ਤੇ ਸਖਤੀ ਨਾਲ ਉਹ ਆਪਣੀ ਪਤਨੀ ਨੂੰ ਮਨਾ ਕਰ ਦਿੰਦਾ ਹੈ। ਤਾਂ ਬੱਚਿਓ, ਇੱਥੇ ਗੱਲ ਸਾਡੇ ਵੀ ਸਿੱਖਣ ਵਾਲੀ ਹੈ। ਜਦ ਲੇਖਕ ਨੂੰ ਆਪਣੀ ਪਤਨੀ ਦੀ ਹਰਕਤ 'ਤੇ ਗੁੱਸਾ ਆਉਂਦਾ ਹੈ ਕਿ ਜਦ ਕੋਈ ਮਜ਼ਦੂਰ ਜਾਂ ਰਿਕਸ਼ੇ ਵਾਲਾ ਝਗੜਾ ਪਾ ਲਵੇ ਤੇ ਵੱਧ ਪੈਸੇ ਮੰਗੇ, ਜਾਂ ਕੋਈ ਮੰਗਤਾ ਮਗਰ ਹੀ ਪੈ ਜਾਵੇ ਤੇ ਉਸ ਤੋਂ ਖਹਿੜਾ ਛੁਡਵਾਉਣ ਦੇ ਲਈ ਉਸ ਦੀ ਮੰਗ ਪੂਰੀ ਕਰ ਦਿਓ, ਉਸ ਨੂੰ ਵੱਧ ਪੈਸੇ ਦੇ ਦਿਓ। ਤਾਂ ਬਹੁਤੀ ਵਾਰ ਅਜਿਹਾ ਗਲਤ ਹੁੰਦਾ ਹੈ, ਕਿਉਂਕਿ ਬੱਚਿਓ, ਬਹੁਤੀ ਵਾਰ ਕੀ ਹੁੰਦਾ ਹੈ ਕਿ ਉਹ ਦਾਨ ਦੇ ਪੈਸਿਆਂ ਦੇ ਨਾਲ ਠੇਕਿਆਂ ਤੋਂ ਦਾਰੂ ਦੀਆਂ ਬੋਤਲਾਂ ਖਰੀਦੀਆਂ ਜਾਂਦੀਆਂ ਨੇ। ਤਾਂ ਇਸੇ ਤਰ੍ਹਾਂ ਲੇਖਕ ਵੀ ਆਪਣੀ ਪਤਨੀ ਨੂੰ ਸਖਤੀ ਨਾਲ ਮਨਾ ਕਰਦਾ ਕਿ ਰਿਕਸ਼ੇ ਵਾਲਾ ਲਾਲਚ ਵਸ ਜੋ ਵਾਧੂ ਪੈਸੇ ਮੰਗ ਰਿਹਾ, ਉਹ ਗਲਤ ਹੈ। ਤੇ ਬੱਚਿਓ, ਗੱਲ ਕਰਦੇ ਹਾਂ ਕਹਾਣੀ ਦੇ ਆਖਰੀ ਪੜਾਅ ਦੀ। ਸਾਰੀ ਕਹਾਣੀ ਦਾ ਅਖੀਰ ਕੀ ਆਉਂਦਾ ਹੈ ਕਿ ਜਦ ਘੰਟਿਆਂ ਬੱਧੀ ਰਿਕਸ਼ੇ ਵਾਲਾ ਉੱਥੇ ਹੀ ਖੜਾ ਰਹਿੰਦਾ ਹੈ ਤੇ ਜਦੋਂ ਲੇਖਕ ਬਾਹਰ ਖੜੇ ਰਿਕਸ਼ੇ ਵਾਲੇ ਤੋਂ ਪੂਰੀ ਤਰ੍ਹਾਂ ਅੱਕ ਜਾਂਦਾ ਹੈ, ਉਸ ਦੀ ਬੇਚੈਨੀ ਬੇਹੱਦ ਹੋ ਜਾਂਦੀ ਹੈ, ਤਾਂ ਉਸਨੇ ਫੈਸਲਾ ਕੀਤਾ ਕਿ ਬਾਹਰ ਜਾਵਾਂ ਤੇ ਪੁੱਛਾਂ, ਭਈ ਤੈਂ ਜਾਣਾ ਹੈ ਕਿ ਨਹੀਂ? ਭਲਾ ਮਾਨਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛਿੱਤਰ ਲਵਾ ਦਿਆਂਗਾ ਤੇ ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਕਿ ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਧਮਕੀਆਂ ਦਿੰਦਾ ਹੈ, ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਹੈ। ਇਹ ਸੋਚਾਂ ਸੋਚਦਾ ਜਦ ਵਿਹੜੇ ਵਿੱਚ ਆਇਆ, ਵੇਖਿਆ ਕਿ ਰਿਕਸ਼ੇ ਵਾਲਾ ਉੱਥੇ ਨਹੀਂ ਸੀ। ਰਿਕਸ਼ੇ ਵਾਲੇ ਨੂੰ ਉੱਥੇ ਨਾ ਖੜਾ ਵੇਖ ਕੇ ਬੱਚਿਓ, ਲੇਖਕ ਠੰਡਾ ਸਾਹ ਲੈਂਦਾ ਹੈ। ਉਸ ਨੂੰ ਅੰਦਰੋਂ ਰਾਹਤ ਮਿਲਦੀ ਹੈ, ਜਿਵੇਂ ਵੱਡਾ ਬੋਝ ਉਤਰ ਗਿਆ ਹੋਵੇ ਉਸ ਤੋਂ। ਤੇ ਪਤਨੀ ਨੂੰ ਆਵਾਜ਼ ਮਾਰ ਕੇ ਦੱਸਦਾ ਹੈ ਕਿ ਉਹ ਚਲਾ ਗਿਆ ਏ। ਤੇ ਬੱਚਿਓ, ਪਤਨੀ ਵੀ ਕੋਈ ਆਰਾਮ ਨਾਲ ਨਹੀਂ ਸੀ ਬੈਠੀ। ਉਹ ਕੋਈ ਧਰਮ ਪੋਥੀ ਪੜ੍ਹਦੀ ਬਾਹਰ ਨਿਕਲਦੀ ਹੈ ਤੇ ਉਸਦੇ ਜਾਣ ਦੀ ਖਬਰ ਸੁਣ ਕੇ ਉਸਨੇ ਝੱਟ ਪੋਥੀ ਪੜ੍ਹਨੀ ਬੰਦ ਕਰ ਦਿੱਤੀ। ਸਮਝ ਗਏ ਨਾ ਬੱਚਿਓ ਕਿ ਉਹ ਆਪਣਾ ਕੋਈ ਪਾਠ ਕਰਨ ਲੱਗ ਜਾਂਦੀ ਹੈ ਕਿ ਰਿਕਸ਼ੇ ਵਾਲਾ ਚਲਾ ਜਾਵੇ। ਤੇ ਜਿਉਂ ਹੀ ਉਸ ਨੂੰ ਪਤਾ ਲੱਗਾ ਕਿ ਉਹ ਚਲਾ ਗਿਆ ਹੈ ਤਾਂ ਉਹ ਠੰਡਾ ਸਾਹ ਲੈ ਕੇ ਉਹ ਵੀ ਆਪਣਾ ਪਾਠ ਕਰਨਾ ਬੰਦ ਕਰ ਦਿੰਦੀ ਹੈ। ਤੇ ਬੱਚਿਓ, ਹੁਣ ਦੋਵੇਂ ਪਤੀ ਪਤਨੀ ਲਾਅਨ ਵਿੱਚ ਪਈਆਂ ਕੁਰਸੀਆਂ ਤੇ ਬੈਠ ਜਾਂਦੇ ਨੇ। ਦੋਵਾਂ ਦੇ ਚਿਹਰੇ ਜੋ ਪਹਿਲਾਂ ਮੁਰਝਾਏ ਹੋਏ ਸਨ, ਪਰੇਸ਼ਾਨ ਸਨ, ਹੁਣ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਝਲਕ ਰਹੀ ਸੀ।
ਪਤਨੀ ਨੇ ਫੈਸਲਾ ਕੀਤਾ ਕਿ ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਵਾਂਗੇ। ਤੇ ਲੇਖਕ ਨੇ ਹਾਸੇ ਨਾਲ ਕਿਹਾ ਕਿ ਜਿਹੜੇ 50 ਪੈਸੇ ਤੈਂ ਵੱਧ ਦੇਣੇ ਸੀ ਰਿਕਸ਼ੇ ਵਾਲੇ ਨੂੰ ਤਾਂ ਉਹ ਬੋਲੀ ਕਿ ਉਹ 50 ਪੈਸੇ ਕਿਸੇ ਮੰਗਤੇ ਦੀ ਤਲੀ ਤੇ ਧਰ ਦੇਵਾਂਗੇ। ਤਾਂ ਪਤਨੀ ਦਾ ਜਵਾਬ ਸੁਣ ਲੇਖਕ ਨੇ ਕਿਹਾ ਕਿ ਤੂੰ ਮੁਖਤਿਆਰ ਏਂ, ਜਿਵੇਂ ਤੇਰੀ ਮਰਜ਼ੀ, ਮੈਨੂੰ ਕੀ। ਦੋਵਾਂ ਨੇ ਇੱਕ ਦੂਜੇ ਵੱਲ ਵੇਖਿਆ ਤੇ ਦੋਵੇਂ ਮੁਸਕਰਾ ਪਏ। ਤਾਂ ਬੱਚਿਓ, ਇਹ ਸੀ ਕਹਾਣੀ ਮਾੜਾ ਬੰਦਾ, ਜਿਸ ਨੇ ਦੱਸਿਆ ਕਿ ਰਿਕਸ਼ੇ ਵਾਲਾ ਮਾੜਾ ਬੰਦਾ ਹੋ ਕੇ ਵੀ ਤਾਕਤਵਰ ਬਣਿਆ ਹੋਇਆ ਸੀ ਦੋਵੇਂ ਪਤੀ ਪਤਨੀ ਦੇ ਲਈ, ਤੇ ਦੂਜੇ ਪਾਸੇ ਆਪਣੇ ਆਪ ਨੂੰ ਤਾਕਤਵਰ ਸਮਝਦੇ ਮੱਧ ਵਰਗ ਦੇ ਪਤੀ ਪਤਨੀ ਕਿੰਨੇ ਡਰੇ ਹੋਏ ਸਨ। ਤੇ ਕਹਾਣੀ ਦੇ ਅਖੀਰ ਵਿੱਚ ਉਹ ਆਪਣੀ ਸੋਚ ਅਨੁਸਾਰ ਇਹ ਫੈਸਲਾ ਕਰਦੇ ਨੇ ਕਿ ਉਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਣਗੇ, ਕਿਉਂਕਿ ਉਹਨਾਂ ਨੂੰ ਮਾੜਾ ਬੰਦਾ ਨਾ ਸਮਝਿਆ ਜਾਵੇ। ਤਾਂ ਇਸ ਤਰ੍ਹਾਂ ਪ੍ਰੇਮ ਪ੍ਰਕਾਸ਼ ਨੇ ਬੜੇ ਰੌਚਕ ਤਰੀਕੇ ਦੇ ਨਾਲ ਕਹਾਣੀ ਨੂੰ ਸਾਡੇ ਸਾਹਮਣੇ ਪੇਸ਼ ਕੀਤਾ। ਤੇ ਕਹਾਣੀ ਮਾੜਾ ਬੰਦਾ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦੀ। ਤਾਂ ਕੁਝ ਵਸਤੂਨਿਸ਼ਟ ਪ੍ਰਸ਼ਨ ਬਣਾਏ, ਜਿਹਦੇ ਵਿੱਚ ਪਹਿਲਾ ਪ੍ਰਸ਼ਨ ਕਿ ਪ੍ਰੇਮ ਪ੍ਰਕਾਸ਼ ਦੀ ਲਿਖੀ ਕਿਹੜੀ ਕਹਾਣੀ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ। ਤਾਂ ਬੱਚਿਓ, ਅਸੀਂ ਉੱਤਰ ਦੇਵਾਂਗੇ ਕਿ ਪ੍ਰੇਮ ਪ੍ਰਕਾਸ਼ ਦੀ ਲਿਖੀ ਕਹਾਣੀ ਮਾੜਾ ਬੰਦਾ ਸਾਡੀ ਪਾਠ ਪੁਸਤਕ ਵਿੱਚ ਦਰਜ ਹੈ। ਕਹਾਣੀ ਮਾੜਾ ਬੰਦਾ ਦਾ ਕਹਾਣੀਕਾਰ ਕੌਣ ਹੈ? ਤੇ ਇਸ ਪ੍ਰਸ਼ਨ ਦਾ ਉੱਤਰ ਦੇਵਾਂਗੇ ਕਹਾਣੀ ਮਾੜਾ ਬੰਦਾ ਦਾ ਕਹਾਣੀਕਾਰ ਪ੍ਰੇਮ ਪ੍ਰਕਾਸ਼ ਹੈ। ਤੀਜਾ ਪ੍ਰਸ਼ਨ, ਲੇਖਕ ਦੀ ਪਤਨੀ ਨੇ ਰਿਕਸ਼ੇ ਵਾਲੇ ਨੂੰ ਕਿੰਨੇ ਰੁਪਏ ਦੇਣੇ ਤੈਅ ਕੀਤੇ ਸਨ? ਤਾਂ ਲੇਖਕ ਦੀ ਪਤਨੀ ਨੇ ਰਿਕਸ਼ੇ ਵਾਲੇ ਨੂੰ 2 ਰੁਪਏ ਦੇਣੇ ਤੈਅ ਕੀਤੇ ਸਨ। ਚੌਥਾ ਪ੍ਰਸ਼ਨ ਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਨਹੀਂ ਮੁੱਕਰਦਾ, ਕਥਨ ਸਹੀ ਹੈ ਜਾਂ ਗਲਤ ਹੈ? ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਨਹੀਂ ਮੁੱਕਰਦਾ, ਇਹ ਕਥਨ ਗਲਤ ਹੈ। ਤੇ ਅਗਲਾ ਪ੍ਰਸ਼ਨ ਕਿ ਰਿਕਸ਼ੇ ਵਾਲਾ ਘਰ ਦੇ ਕੋਲ ਆ ਕੇ ਲੇਖਕ ਦੀ ਪਤਨੀ ਤੋਂ ਕਿੰਨੇ ਰੁਪਏ ਮੰਗਦਾ ਹੈ? ਤਾਂ ਅਸੀਂ ਬੱਚਿਓ ਦੇਖਿਆ ਕਿ ਤੈਅ ਹੋਏ ਸਨ 2 ਰੁਪਏ, ਪਰ ਰਿਕਸ਼ੇ ਵਾਲਾ ਘਰ ਦੇ ਕੋਲ ਆ ਕੇ ਲੇਖਕ ਦੀ ਪਤਨੀ ਤੋਂ 3 ਰੁਪਏ ਮੰਗਦਾ ਹੈ। ਅੱਗੇ ਪੁੱਛਿਆ ਕਿ ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ? ਤਾਂ ਲੇਖਕ ਆਪਣੇ ਭੂਆ ਦੇ ਪੁੱਤਰ ਨੂੰ ਫਰਨੀਚਰ ਬਣਵਾ ਕੇ ਭੇਜਣ ਦੇ ਲਈ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ। ਅਗਲਾ ਪ੍ਰਸ਼ਨ ਕਿ ਮਾੜਾ ਬੰਦਾ ਕਹਾਣੀ ਦੇ ਵਿੱਚ ਮਾੜਾ ਬੰਦਾ ਕੌਣ ਹੈ? ਰਿਕਸ਼ੇ ਵਾਲਾ, ਲੇਖਕ ਦੀ ਪਤਨੀ, ਲੇਖਕ ਜਾਂ ਤਿੰਨਾਂ ਵਿੱਚੋਂ ਕੋਈ ਨਹੀਂ? ਤਾਂ ਅਸੀਂ ਉੱਤਰ ਦੇਵਾਂਗੇ ਕਿ ਤਿੰਨਾਂ ਵਿੱਚੋਂ ਕੋਈ ਵੀ ਨਹੀਂ। ਤੇ ਅਗਲਾ ਪ੍ਰਸ਼ਨ ਕਿ ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ ਰਿਕਸ਼ੇ ਵਾਲੇ ਨੇ ਪੈਸੇ ਵਗਾ ਮਾਰੇ ਸਨ, ਜਾਂ ਉਸਨੇ ਰਿਕਸ਼ੇ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ? ਤਾਂ ਅਸੀਂ ਉੱਤਰ ਦਿੱਤਾ ਕਿ ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ ਰਿਕਸ਼ੇ ਵਾਲੇ ਨੇ ਪੈਸੇ ਵਗਾ ਮਾਰੇ ਸਨ। ਅਗਲਾ ਵਸਤੂਨਿਸ਼ਟ ਪ੍ਰਸ਼ਨ ਪੁੱਛਿਆ ਕਿ ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਦੇ ਨਾਲ ਝਗੜਾ ਕਿਉਂ ਹੋਇਆ? ਆਪਸ਼ਨ ਦਿੱਤੀ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ ਤਾਂ ਝਗੜਾ ਹੋਇਆ, ਜਾਂ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ ਤਾਂ ਝਗੜਾ ਹੋਇਆ। ਤਾਂ ਅਸੀਂ ਉੱਤਰ ਦਿੱਤਾ ਕਿ ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਇਸ ਕਰਕੇ ਹੋਇਆ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। ਤੇ ਖੱਖਾ ਪ੍ਰਸ਼ਨ ਕਿ ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾ ਮਾਰੇ ਸਨ? ਤਾਂ ਬੱਚਿਓ, ਰਿਕਸ਼ੇ ਵਾਲੇ ਨੇ ਪੈਸੇ ਇਸ ਲਈ ਵਗਾ ਮਾਰੇ ਸਨ ਕਿਉਂਕਿ ਉਹ ਵੱਧ ਪੈਸੇ ਲੈਣੇ ਚਾਹੁੰਦਾ ਸੀ। ਅਗਲਾ ਪ੍ਰਸ਼ਨ ਬਣਾਇਆ ਕਿ ਰਿਕਸ਼ੇ ਵਾਲਾ ਲੇਖਕ ਦੀ ਪਤਨੀ ਤੋਂ ਵੱਧ ਪੈਸੇ ਕਿਉਂ ਲੈਣਾ ਚਾਹੁੰਦਾ ਸੀ? ਤਾਂ ਰਿਕਸ਼ੇ ਵਾਲਾ ਲੇਖਕ ਦੀ ਪਤਨੀ ਤੋਂ ਵੱਧ ਪੈਸੇ ਇਸ ਲਈ ਲੈਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਲੱਗਿਆ ਕਿ ਦੁਪਹਿਰ ਦਾ ਸਮਾਂ ਹੈ ਤੇ ਘਰੇ ਕੋਈ ਮਰਦ ਨਹੀਂ ਹੋਵੇਗਾ, ਇਕੱਲੀ ਔਰਤ ਹੈ ਤੇ ਵੱਧ ਪੈਸੇ ਲੁੱਟ ਲਵੋ। ਤੇ ਅਗਲਾ ਵਸਤੂਨਿਸ਼ਟ ਪ੍ਰਸ਼ਨ ਕਿ ਰਿਕਸ਼ੇ ਵਾਲੇ ਦਾ ਹੁਲੀਆ ਕਿਹੋ ਜਿਹਾ ਸੀ? ਤਾਂ ਬੱਚਿਓ, ਜਿਸ ਤਰ੍ਹਾਂ ਅਸੀਂ ਸਾਂਝਾ ਕੀਤਾ ਕਿ ਰਿਕਸ਼ੇ ਵਾਲੇ ਦੀਆਂ ਸੁੱਕੀਆਂ ਕਾਲੀਆਂ ਲੱਤਾਂ ਸਨ, ਉਸਨੇ ਪਾਟੀ ਟਾਕੀਆਂ ਲੱਗੀ ਬੁਰਸ਼ਟ ਪਾਈ ਸੀ ਤੇ ਉਸਦੇ ਮੈਲੇ ਉਲਝੇ ਵਾਲ ਸਨ।
ਅਗਲਾ ਪ੍ਰਸ਼ਨ ਬਣਾਇਆ ਕਿ ਲੇਖਕ ਦੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਸਨ। ਲੇਖਕ ਨੂੰ ਉਹ ਸ਼ਕਲੋਂ ਲੁਟੇਰਾ, ਕਤਲ ਕਰ ਸਕਣ ਵਾਲਾ ਤੇ ਕਮੀਨੀਆਂ ਨਜ਼ਰਾਂ ਨਾਲ ਵੇਖਣ ਵਾਲਾ ਇਨਸਾਨ ਲੱਗਿਆ। ਅਗਲਾ ਪ੍ਰਸ਼ਨ ਬਣਾਇਆ ਕਿ ਕਿਹੜੀਆਂ ਦੋ ਗੱਲਾਂ ਲੇਖਕ ਨੂੰ ਹੋਰ ਬੇਚੈਨ ਕਰ ਦਿੰਦੀਆਂ ਨੇ। ਤਾਂ ਅਸੀਂ ਸਾਂਝੀ ਕੀਤੀ ਸੀ ਗੱਲ ਕਿ ਪਹਿਲੀ ਗੱਲ ਸੀ ਜਦ ਲੇਖਕ ਦੇ ਪੁੱਤਰ ਨੇ ਦੱਸਿਆ ਸੀ ਕਿ ਰਿਕਸ਼ੇ ਵਾਲੇ ਨੇ ਕਿਸੇ ਹੋਰ ਸਵਾਰੀ ਨੂੰ ਕੰਪਨੀ ਬਾਗ ਜਾਣ ਤੋਂ ਮਨਾ ਕਰ ਦਿੱਤਾ ਸੀ, ਤੇ ਦੂਜੀ ਗੱਲ ਜਦ ਇੱਕ ਹੋਰ ਰਿਕਸ਼ੇ ਵਾਲਾ ਉਸ ਰਿਕਸ਼ੇ ਵਾਲੇ ਨਾਲ ਗੱਲ ਕਰਕੇ ਕਾਲ ਨਾਲ ਅੱਡੇ ਵੱਲ ਚਲਾ ਗਿਆ ਸੀ। ਤਾਂ ਲੇਖਕ ਨੂੰ ਇਹ ਦੋਹੇਂ ਗੱਲਾਂ ਹੋਰ ਬੇਚੈਨ ਕਰ ਦਿੰਦੀਆਂ ਹਨ। ਅਗਲਾ ਵਸਤੂਨਿਸ਼ਟ ਪ੍ਰਸ਼ਨ ਕਿ ਲੇਖਕ ਦੀ ਪਤਨੀ ਸਮਝੌਤੇ ਦੇ ਲਈ ਕੀ ਰਾਹ ਲੱਭਦੀ ਹੈ, ਕੀ ਦਲੀਲਾਂ ਦਿੰਦੀ ਹੈ ਕਿ ਝਗੜਾ ਖਤਮ ਹੋ ਜਾਵੇ। ਤਾਂ ਬੱਚਿਓ, ਲੇਖਕ ਦੀ ਪਤਨੀ ਲੇਖਕ ਨੂੰ ਆਖਦੀ ਹੈ ਕਿ ਜੇ ਮੀਂਹ ਪੈਂਦਾ ਹੋਵੇ, ਰਾਤ ਹੋਵੇ, ਤਾਂ ਰਿਕਸ਼ੇ ਵਾਲੇ 3 ਰੁਪਏ ਹੀ ਲੈਂਦੇ ਆ ਨਾ, ਤਾਂ ਦੇ ਦਿਓ। ਆਪਾਂ ਤੇ ਬੱਚੇ ਕਿੰਨੇ ਪੈਸੇ ਐਵੇਂ ਰੋੜ ਦਿੰਦੇ ਆ। ਇਸ ਤੋਂ ਬਿਨਾਂ ਉਹ ਇੱਕ ਕੱਪ ਚਾਹ ਦਾ ਰਿਕਸ਼ੇ ਵਾਲੇ ਨੂੰ ਪਿਆਉਣ ਬਾਰੇ ਵੀ ਆਖਦੀ ਹੈ। ਤਾਂ ਇਸ ਤਰ੍ਹਾਂ ਬੱਚੋ, ਇਹਨਾਂ ਕੋਸ਼ਿਸ਼ਾਂ ਨਾਲ, ਇਹਨਾਂ ਦਲੀਲਾਂ ਦੇ ਨਾਲ ਉਹ ਝਗੜਾ ਖਤਮ ਕਰਨਾ ਚਾਹੁੰਦੀ ਹੈ। ਤੇ ਅਗਲਾ ਪ੍ਰਸ਼ਨ ਬਣਾਇਆ ਕਿ ਲੇਖਕ ਤੇ ਉਸ ਦੀ ਪਤਨੀ ਦੇ ਚਿਹਰੇ ਤੇ ਰੌਣਕ ਆਈ ਜਦੋਂ ਰਿਕਸ਼ੇ ਵਾਲਾ 2 ਰੁਪਏ ਲੈਣੇ ਮੰਨ ਗਿਆ ਜਾਂ ਰਿਕਸ਼ੇ ਵਾਲਾ ਗਲੀ ਵਿੱਚੋਂ ਚਲਾ ਗਿਆ। ਲੇਖਕ ਤੇ ਉਸ ਦੀ ਪਤਨੀ ਦੇ ਚਿਹਰੇ ਤੇ ਰੌਣਕ ਆਈ ਜਦੋਂ ਰਿਕਸ਼ੇ ਵਾਲਾ ਗਲੀ ਵਿੱਚੋਂ ਚਲਾ ਗਿਆ ਸੀ। ਤੇ ਆਖਰੀ ਪ੍ਰਸ਼ਨ ਕਿ ਲੇਖਕ ਦੀ ਪਤਨੀ ਰਿਕਸ਼ੇ ਵਾਲੇ ਦੇ ਚਲੇ ਜਾਣ ਤੋਂ ਬਾਅਦ ਕੀ ਫੈਸਲਾ ਕਰਦੀ ਹੈ। ਤਾਂ ਲੇਖਕ ਦੀ ਪਤਨੀ ਆਖਦੀ ਹੈ ਕਿ ਆਪਾਂ 3 ਰੁਪਏ ਪਿੰਗਲਵਾੜੇ ਨੂੰ ਦੇ ਦੇਵਾਂਗੇ ਤੇ 50 ਪੈਸੇ ਕਿਸੇ ਮੰਗਤੇ ਦੀ ਤਲੀ ਤੇ ਧਰ ਦੇਵਾਂਗੇ। ਤਾਂ ਬੱਚਿਓ, ਇਹ ਤਾਂ ਸੀ ਕਹਾਣੀ ਮਾੜਾ ਬੰਦਾ, ਤੇ ਉਮੀਦ ਕਰਦਾ ਹਾਂ ਕਿ ਇਸ ਕਹਾਣੀ ਦੇ ਪਾਤਰ, ਇਸ ਕਹਾਣੀ ਦੀਆਂ ਘਟਨਾਵਾਂ ਤੇ ਪੂਰੀ ਦੀ ਪੂਰੀ ਕਹਾਣੀ ਤੁਹਾਡੇ ਦਿਮਾਗ ਦੇ ਵਿੱਚ ਪੂਰੀ ਤਰ੍ਹਾਂ ਛਪ ਗਈ ਹੈ। ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਗਏ ਹੋ, ਤੇ ਉਮੀਦ ਇਹ ਵੀ ਹੈ ਕਿ ਪ੍ਰੇਮ ਪ੍ਰਕਾਸ਼ ਦੀਆਂ ਹੋਰ ਰਚਨਾਵਾਂ ਨੂੰ ਆਪ ਜੀ ਲਾਇਬ੍ਰੇਰੀ ਵਿੱਚੋਂ ਲਓਗੇ ਤੇ ਜ਼ਰੂਰ ਪੜ੍ਹੋਗੇ। ਤਾਂ ਤੁਸੀਂ ਸਾਰਿਆਂ ਨੇ ਬੜੇ ਧਿਆਨ ਦੇ ਨਾਲ ਲੈਕਚਰ ਨੂੰ ਸੁਣਿਆ ਤੇ ਬਹੁਤ ਕੁਝ ਜਾਣਿਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।